1960 ਦੇ ਵਿੱਚ ਇੱਕ ਫਿਲਮ ਬਣੀ ਸੀ ਰੋਟੀ ਕਪੜਾ ਔਰ ਮਕਾਨ, ਭੁੱਖਾ ਮਰ ਗਿਆ ਹਿੰਦੁਸਤਾਨ। ਜਦੋਂ ਅਸੀਂ ਉਸ ਹਿੰਦੁਸਤਾਨ ਦੀ ਭੁੱਖ ਪੰਜਾਬ ਦੇ ਕਿਸਾਨਾਂ ਨੇ ਆਪਦੇ ਤਨ ਮਨ ਦੇ ਨਾਲ ਪੂਰਾ ਜ਼ੋਰ ਲਾ ਕੇ ਅਨਾਜ ਪੈਦਾ ਕੀਤਾ, ਅਨਾਜ ਦੇ ਭੰਡਾਰ ਭਰਤੇ, ਇਹਨਾਂ ਤੋਂ ਭੁੱਖ ਦਾ ਠੂਠਾ ਛਡਾਇਆ ਅਸੀਂ। ਅੱਜ ਇਹ ਕਹਿ ਰਹੇ ਆ ਕੱਲਾ ਪੰਜਾਬ ਹੀ ਲੜ ਰਿਹਾ ਕਿਸਾਨੀ ਦਾ ਘੋਲ। ਨਹੀਂ, ਦੁਨੀਆ ਦਾ ਜਿੰਨਾ ਹਿੰਦੁਸਤਾਨ ਦਾ ਕਿਸਾਨ ਹੈ ਸਾਰਾ ਅੱਜ ਸੜਕਾਂ ਤੇ ਹੈ। ਕਿਉਂ ਹੈ? ਕਾਲੇ ਕਾਨੂੰਨ ਕਿਸਾਨਾਂ ਨੂੰ ਮਾਰਨ ਵਾਸਤੇ ਬਣਾਏ ਗਏ ਆ। ਸਾਨੂੰ ਇਹ ਸ਼ੌਂਕ ਨਹੀਂ ਵੀ ਧੁੱਪੇ ਬਹਿ ਕੇ ਅਸੀਂ ਸੰਘਰਸ਼ ਕਰੀਏ। ਜੇ ਤੁਸੀਂ ਏਸੀ ਕਮਰਿਆਂ ਵਿੱਚ ਬਹਿ ਸਕਦੀ ਆ ਸਰਕਾਰ, ਅਸੀਂ ਵੀ ਇਨਸਾਨ ਹੈ। ਜਦੋਂ ਆ ਇਲੈਕਸ਼ਨ ਆਇਆ 2022 ਦਾ, ਤੈਨੂੰ ਉਦੋਂ ਸਰਕਾਰ ਨੂੰ ਪਤਾ ਲੱਗ ਜਾਵੇਗਾ ਵੀ ਪੰਜਾਬੀ ਕੀ ਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਲੋਕ ਚੈਨਲ ਦੇ ਹਰੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਇੱਕ ਵਾਰ ਫਿਰ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸੇ ਦੇ ਤਹਿਤ ਅੱਜ ਫਿਰੋਜ਼ਪੁਰ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨਾਂ ਵੱਲੋਂ ਧਰਨੇ ਲਗਾ ਕੇ ਜਿਹੜਾ ਚੱਕਾ ਜਾਮ ਕੀਤਾ ਗਿਆ। ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਹਨ ਅਤੇ ਫਿਰੋਜ਼ਪੁਰ ਦੀ 7 ਨੰਬਰ ਚੁੰਗੀ ਤੇ ਜਿਹੜਾ ਧਰਨਾ ਲਗਾ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ। ਸਾਡੇ ਨਾਲ ਕੁਝ ਕਿਸਾਨ ਆਗੂ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਉਦਮ ਸਿੰਘ, ਬਲਾਕ ਪ੍ਰਧਾਨ ਜੀਰਾ, ਲੱਖੋਵਾਲ ਪਾਰਟੀ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜੀਰਾ ਦਾ ਰਹਿਣ ਵਾਲਾ, ਪਿੰਡ ਸਨੇਰ ਮੇਰਾ ਰਹਿਣ ਵਾਲਾ ਹੈ। ਬਾਪੂ ਜੀ, ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਲੰਮਾ ਸਮਾਂ ਹੋ ਚੱਲਿਆ ਕਿਸਾਨਾਂ ਨੂੰ ਅੰਦੋਲਨ ਲੜਦੇ ਹੋਏ, ਪਰ ਕੇਂਦਰ ਸਰਕਾਰ ਕਿਸੇ ਵੀ ਫੈਸਲੇ ਤੇ ਆਉਂਦੀ ਨਜ਼ਰ ਨਹੀਂ ਆ ਰਹੀ। ਮੈਂ ਪਹਿਲੀ ਤੇ ਗੱਲ ਆ ਵੀ ਜਿਹੜੇ ਸਾਡੇ ਕਿਸਾਨ ਵੀਰ ਸ਼ਹੀਦ ਹੋ ਚੁੱਕੇ ਆ, ਮੈਂ ਉਹਨਾਂ ਨੂੰ ਪ੍ਰਣਾਮ ਕਰਦਾ ਸ਼ਹੀਦਾਂ ਨੂੰ। ਕਿਉਂ ਕਿ ਅਸੀਂ ਸ਼ਹੀਦਾਂ ਦੇ ਵਾਰਸ ਹਾਂ। ਸ਼ਹੀਦਾਂ ਨੇ ਸਾਨੂੰ ਆਜ਼ਾਦੀ ਦਵਾਈ ਸੀ। ਫਾਂਸੀ ਦੇ ਰੱਸੇ ਚੁੰਮ ਕੇ, ਜੇਲ੍ਹ ਦੀਆਂ ਕਾਲ ਕੋਠੜੀਆਂ ਕੱਟ ਕੇ, ਕਾਲੇ ਪਾਣੀਆਂ ਵਿੱਚ ਜੇਲ੍ਹਾਂ ਕੱਟੀਆਂ ਤੇ ਦੇਸ਼ ਨੂੰ ਆਜ਼ਾਦ ਕਰਾਇਆ, ਦੇਸ਼ ਨੂੰ ਅੰਨ ਵਿੱਚ ਨਿਰਭਰ ਕੀਤਾ। 1960 ਦੇ ਵਿੱਚ ਇੱਕ ਫਿਲਮ ਬਣੀ ਸੀ ਰੋਟੀ ਕਪੜਾ ਔਰ ਮਕਾਨ, ਭੁੱਖਾ ਮਰ ਗਿਆ ਹਿੰਦੁਸਤਾਨ। ਜਦੋਂ ਅਸੀਂ ਉਸ ਹਿੰਦੁਸਤਾਨ ਦੀ ਭੁੱਖ ਪੰਜਾਬ ਦੇ ਕਿਸਾਨਾਂ ਨੇ ਆਪਦੇ ਤਨ ਮਨ ਦੇ ਨਾਲ ਪੂਰਾ ਜ਼ੋਰ ਲਾ ਕੇ ਅਨਾਜ ਪੈਦਾ ਕੀਤਾ, ਅਨਾਜ ਦੇ ਭੰਡਾਰ ਭਰਤੇ। ਸਾਡੇ ਦੇਸ਼ 'ਚ ਕੀ ਬਾਹਰਲਿਆਂ ਵਿਦੇਸ਼ਾਂ ਦੇ ਵੀ ਘਲਣ ਜੋਗਾ ਹਿੰਦੁਸਤਾਨ ਨੂੰ ਬਣਾ ਦਿੱਤਾ। ਇਹਨਾਂ ਤੋਂ ਭੁੱਖ ਦਾ ਠੂਠਾ ਛਡਾਇਆ ਅਸੀਂ। ਅੱਜ ਇਹ ਕਹਿ ਰਹੇ ਆ ਕੱਲਾ ਪੰਜਾਬ ਹੀ ਲੜ ਰਿਹਾ ਕਿਸਾਨੀ ਦਾ ਘੋਲ। ਨਹੀਂ, ਦੁਨੀਆ ਦਾ ਜਿੰਨਾ ਹਿੰਦੁਸਤਾਨ ਦਾ ਕਿਸਾਨ ਹੈ ਸਾਰਾ ਅੱਜ ਸੜਕਾਂ ਤੇ ਹੈ। ਕਿਉਂ ਹੈ? ਕਾਲੇ ਕਾਨੂੰਨ ਕਿਸਾਨਾਂ ਨੂੰ ਮਾਰਨ ਵਾਸਤੇ ਬਣਾਏ ਗਏ ਆ। ਇਹ ਕਾਲੇ ਕਾਨੂੰਨ ਮੋਦੀਆਂ ਦਾ ਅਸੀਂ ਵਾਪਸ ਨਹੀਂ ਲੈਣੇ। ਅਸੀਂ ਅੱਗੇ ਅੰਗਰੇਜ਼ ਨਹੀਂ ਰਹਿਣ ਦਿੱਤੇ ਤੇ ਤੂੰ ਮੋਦੀ ਸਾਹਿਬ ਇੱਥੇ ਕਿਵੇਂ ਰਹਿ ਸਕੇਗਾ? ਇਹ ਟਿਕਿਆ ਨਹੀਂ ਜਾਣਾ। ਠੀਕ ਆ, ਜਰਵਾਣੇ ਜ਼ੋਰ ਲਾਉਂਦੇ ਹੁੰਦੇ ਆ। ਜਰਵਾਣਿਆਂ ਕੋਲੇ ਕਈ ਤਾਕਤਾਂ ਹੁੰਦੀਆਂ, ਫੌਜ ਹੁੰਦੀ ਆ, ਪੈਸਾ ਹੁੰਦਾ, ਲੋਕਾਂ ਨੂੰ ਮੁੱਲ ਲੈਣ ਦੀ ਤਾਕਤ ਹੁੰਦੀ ਆ। ਪਰ ਜਿਹਨਾਂ ਦੀਆਂ ਜ਼ਮੀਰ ਜਿਉਂਦੀ ਆ ਉਹ ਮੁੱਲ ਨਹੀਂ ਵਿਕਦੇ, ਉਹ ਆਪਦੀ ਰੋਜੀ ਰੋਟੀ ਦਾ ਮੁੱਲ ਨਹੀਂ ਵੜਦੇ। ਅਸੀਂ ਆਪਦੀ ਰੋਜੀ ਰੋਟੀ ਦੀ ਖਾਤਰ ਅੱਜ 26 ਜਨਵਰੀ ਸੰਯੁਕਤ ਮੋਰਚੇ ਦੀ ਕਾਲ ਤੇ ਅਸੀਂ ਜ਼ਿਲ੍ਹਾ ਫਿਰੋਜ਼ਪੁਰ 7 ਨੰਬਰ ਚੁੰਗੀ ਤੇ ਬੈਠੇ ਧਰਨਾ ਦੇ ਰਹੇ ਹਾਂ। ਸਾਨੂੰ ਇਹ ਸ਼ੌਂਕ ਨਹੀਂ ਵੀ ਧੁੱਪੇ ਬਹਿ ਕੇ ਅਸੀਂ ਸੰਘਰਸ਼ ਕਰੀਏ। ਜੇ ਤੁਸੀਂ ਏਸੀ ਕਮਰਿਆਂ ਵਿੱਚ ਬਹਿ ਸਕਦੀ ਆ ਸਰਕਾਰ, ਅਸੀਂ ਵੀ ਇਨਸਾਨ ਹੈ, ਅਸੀਂ ਵੀ ਬੰਦੇ ਹਾਂ। ਉਦੋਂ ਮੋਦੀ ਕਿੱਥੇ ਸੀ ਜਦੋਂ ਪਾਕਿਸਤਾਨ ਤੋਂ ਲੰਘ ਕੇ ਤੇ ਕਰਾਚੀ ਦੀ ਹੱਦ ਵੱਲ ਦੀ ਆ ਕੇ ਗੁਜਰਾਤ ਦੇ ਵਿੱਚ ਪਾਕਿਸਤਾਨੀ ਬਹਿੰਦੇ ਸਨ? ਉਦੋਂ ਲਾਲ ਬਹਾਦਰ ਸ਼ਾਸਤਰੀ ਨੇ ਸਾਨੂੰ ਪੰਜਾਬੀਆਂ ਨੂੰ ਉੱਥੇ ਵਸਾਇਆ, ਅਸੀਂ ਉੱਥੇ ਅੰਨ ਪੈਦਾ ਕੀਤਾ ਤੇ ਅੱਜ ਸਾਡੀਆਂ ਜ਼ਮੀਨਾਂ ਨੂੰ ਪਹਿਲਾਂ ਗੁਜਰਾਤ 'ਚ ਇਹਨੇ ਹੜੱਪਣ ਦੀ ਕੋਸ਼ਿਸ਼ ਕੀਤੀ। ਹੁਣ ਸਾਰੇ ਹਿੰਦੁਸਤਾਨ 'ਚ ਕਹਿੰਦਾ ਜ਼ਮੀਨਾਂ ਹੜੱਪ ਕੇ ਕਿਸਾਨਾਂ ਦੀਆਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਦੇਵਾਂ। ਇਹ ਗੱਲ ਕਦੇ ਵੀ ਨਹੀਂ ਹੋ ਸਕਦੀ। ਭੁੱਲ ਜਾਵੇ ਮੋਦੀ ਸਾਹਿਬ। ਇਹ ਜਿਹੜਾ ਹੱਠ ਕਰ ਰਿਹਾ, ਰਾਜੇ ਇੰਨਾ ਹੱਠ ਨਹੀਂ ਕਰਦੇ ਹੁੰਦੇ। ਇਹ ਸਾਨੂੰ ਚਾਲਾਂ ਖੇਡ ਰਿਹਾ। ਕਿਵੇਂ? ਕਹਿੰਦਾ ਇਹ ਤਾਂ ਖਾਲਸਤਾਨੀ ਹੈ, ਇਹ ਤਾਂ ਵੱਖਵਾਦੀ ਹੈ। ਨਾ ਅਸੀਂ ਵੱਖਵਾਦੀ ਹਾਂ ਤੇ ਨਾ ਅਸੀਂ ਖਾਲਸਤਾਨੀ ਹੈ। ਅਸੀਂ, ਸਾਡਾ ਦੇਸ਼ ਹੈ, ਹਰ ਇੱਕ ਨੂੰ ਇੱਥੇ ਰਹਿਣ ਦਾ ਹੱਕ ਹੈ।
ਇੱਥੋਂ ਦੇ ਵਸਨੀਕ ਆ, ਇੱਥੇ ਵਸ ਕੇ ਰਵਾਂਗੇ। ਜਿਹੜੀ ਤੇਰੀ ਨੀਤੀ ਆ ਵੀ ਇੱਥੋਂ ਹਿੰਦੂ ਸਿੱਖ ਨਿਕਲ ਜਾਣਗੇ, ਇੱਕ ਮਹਾਰਾਸ਼ਟਰ ਬਣਾ ਦੇਵਾਂ ਮੈਂ, ਹਾਂਜੀ ਹਿੰਦੂ ਰਾਸ਼ਟਰ ਬਣਾ ਦੇਵਾਂ, ਉਹ ਬਿਲਕੁਲ ਭੁੱਲ ਜਾ। ਰੰਗ ਜੇ ਬਾਦਸ਼ਾਹ ਵਾਲੀਆਂ ਗੱਲਾਂ ਨਹੀਂ ਹੋਣੀਆਂ, ਨਹੀਂ ਹੋਣਗੀਆਂ, ਨਾ ਹੋਣ ਦੇਵਾਂਗੇ। ਇਹ ਜਿਹੜਾ ਹੈਗਾ ਇਹ ਖੂਨ ਦੀਆਂ ਨਦੀਆਂ ਵਗਣਗੀਆਂ। ਜਦੋਂ ਆ ਇਲੈਕਸ਼ਨ ਆਇਆ 2022 ਦਾ, ਤੈਨੂੰ ਉਦੋਂ ਸਰਕਾਰ ਨੂੰ ਪਤਾ ਲੱਗ ਜਾਵੇਗਾ ਵੀ ਪੰਜਾਬੀ ਕੀ ਹੁੰਦੇ ਹਨ। ਜਿਹੜੀ ਤੇਰੀ ਜੁੰਡਲੀ ਬੈਠੀ ਇੱਥੇ ਸਾਡੇ ਪੰਜਾਬ 'ਚ, ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ, ਇਹ ਤੇਰੀ ਸਾਰੀ ਜੁੰਡਲੀ ਤੇਰੀ ਆ। ਇਹ ਸਾਨੂੰ ਜਿਹੜਾ ਤੰਗ ਪਰੇਸ਼ਾਨ ਤੁਸੀਂ ਕਰ ਰਹੇ, ਰਲ ਮਿਲ ਕੇ ਕਰ ਰਹੇ ਕਿਸਾਨਾਂ ਨੂੰ, ਅਸੀਂ ਆਪਦੇ ਹੱਕਾਂ ਦੀ, ਆਪਦੀ ਰੋਜੀ ਰੋਟੀ ਦੀ ਖਾਤਰ ਲੜਾਈ ਲੜ ਰਹੇ ਆ। ਇਹ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈਣਗੇ, ਪਿੱਛੇ ਹਟਣਾ ਪਊਗਾ। ਸਾਡੇ ਵੱਡ ਵਡੇਰਿਆਂ ਨੇ, ਮੇਰਾ ਨਾਂ ਊਧਮ ਸਿੰਘ ਆ, ਜਦੋਂ ਮੇਰੇ ਨਾਲ ਨੇ ਜਨਰਲ ਅਡਵਾਇਰ ਨੂੰ ਮਾਰਿਆ ਜਾ ਕੇ ਵਲਾਇਤ ਦੇ ਵਿੱਚ, ਅੰਗਰੇਜ਼ ਦੇ ਉਦੋਂ ਪੈਰ ਹਿੱਲ ਗਏ ਸਨ। ਬਈ ਇਹ ਸਾਡੇ ਦੇਸ਼ ਵਿੱਚ ਵੀ ਆ ਕਰਕੇ ਬਦਲਾ ਲੈ ਲੈਂਦੇ ਆ, ਤੇ ਇੱਥੇ ਰਹਿਣਾ, ਹਿੰਦੁਸਤਾਨ ਨੂੰ ਛੱਡਣਾ ਪਊਗਾ। ਉਦੋਂ ਤੋਂ ਮਨ ਬਣ ਗਿਆ ਸੀ, ਤੇ ਅਸੀਂ ਆਪਦੀ ਜਿਹੜੀ ਹੈਗੀ ਆਰਥਿਕ ਆਜ਼ਾਦੀ ਲੈ ਕੇ ਹਟਾਂਗੇ, ਆਪਦੇ ਹੱਕ ਲੈਣੇ ਆ, ਕਾਨੂੰਨਾਂ ਨੂੰ ਵਾਪਸ ਕਰਾ ਕੇ ਹਟਾਂਗੇ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਹੋ, ਪਰ ਕਾਂਗਰਸ ਦੇ ਕਈ ਲੀਡਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਅੰਦੋਲਨ ਵਿੱਚ ਹਮਾਇਤ ਕਰ ਰਹੇ ਆ। ਕਿਵੇਂ ਦੇ ਦਿਓ? 1992 ਦੇ ਵਿੱਚ ਉਦੋਂ ਇਹਨਾਂ ਦੀ ਸਰਕਾਰ ਆਈ, ਜਦੋਂ ਰਾਜੀਵ ਗਾਂਧੀ ਮਰ ਗਿਆ ਸੀ, ਉਦੋਂ ਇਹ ਸਮਝੌਤਾ ਕਰਕੇ ਆਏ ਆ। ਕਿੱਥੇ? ਕਤਰ ਦੀ ਰਾਜਧਾਨੀ ਹੈ ਦੋਹਾ ਸ਼ਹਿਰ, ਉੱਥੇ ਇਹ ਕਰਕੇ ਸੌਦਾ। ਉਦੋਂ ਰਾਜੀਵ ਮਰ ਗਿਆ, ਫਿਰ ਪੀਵੀ ਨਰਸਿੰਘ ਰਾਓ ਦੀ ਸਰਕਾਰ ਆਈ, ਹਾਂਜੀ। ਉਦੋਂ ਫਿਰ ਜਦੋਂ ਆਈ, ਅਮਰੀਕਾ ਨੇ ਕਿਹਾ ਤੇਰੇ ਨਾਲ ਹੀ ਤਾਂ ਲੈਣ ਦੇਣ ਕਰਾਂਗੇ ਜੇ ਉਹ ਸਮਝੌਤੇ ਨੂੰ ਲਾਗੂ ਕਰੋਗੇ, ਤਾਂ ਮਨਮੋਹਨ ਸਿੰਘ ਨੂੰ ਖਜ਼ਾਨੇ ਦਾ ਮੰਤਰੀ ਬਣਾਓ। ਮਨਮੋਹਨ ਸਿੰਘ ਨੂੰ ਫਿਰ ਹਿੰਦੁਸਤਾਨ ਦਾ ਵਿੱਤ ਮੰਤਰੀ ਬਣਾਇਆ ਗਿਆ। ਉਦੋਂ ਤੇ ਇਹਨਾਂ ਦੀ ਚਾਲ ਚੱਲੀ ਜਾਂਦੀ ਆ। ਇਹ ਇਹਨਾਂ ਨੂੰ ਭੁੱਲ ਜਾਣ ਵੀ ਖਬਨੀ ਪੰਜਾਬੀਆਂ ਨੂੰ ਸਾਡੀ ਚਾਲ ਦਾ ਪਤਾ ਨਹੀਂ, ਪਤਾ ਸਾਨੂੰ ਸਾਰੀ ਗੱਲ ਦਾ। ਹੁਣ ਵੀ ਜਿਹੜਾ ਹੁਣ ਇਹਨਾਂ ਨੇ ਸਾਈਨ ਕਰਕੇ ਦਿੱਤੇ ਆ, ਗੋਂਗਲੂਆਂ ਤੋਂ ਮਿੱਟੀ ਝਾੜ ਰਹੇ ਆ, ਇਹਨਾਂ ਦੀ ਰਲੀ ਮਿਲੀ ਭੁਗਤ ਆ, ਸਾਰਾ ਕੁਝ ਇਹਨਾਂ ਨੇ ਕਰਕੇ ਆਏ ਆ। ਤਾਂ ਸਾਡੇ ਨਾਲ ਕੁਝ ਹੋਰ ਕਿਸਾਨ ਆਗੂ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਆ। ਪ੍ਰਧਾਨ ਜੀ ਕੀ ਨਾਂ ਜੀ ਆਪਣਾ? ਜਸਵਿੰਦਰ ਸਿੰਘ ਸਾਂਝਾ ਵਾਲਾ ਜੀ, ਜ਼ਿਲ੍ਹਾ ਪ੍ਰਧਾਨ BKU ਮਾਨਸਾ। ਜਸਵਿੰਦਰ ਸਿੰਘ ਜੀ, ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਲੰਮਾ ਸਮਾਂ ਹੋ ਚੱਲਿਆ, ਕੇਂਦਰ ਸਰਕਾਰ ਕਿਸੇ ਵੀ ਫੈਸਲੇ ਤੇ ਆਉਂਦੀ ਨਜ਼ਰ ਨਹੀਂ ਆ ਰਹੀ। ਦੇਖੋ ਜੀ, ਮੈਂ ਪਹਿਲਾਂ ਹੀ ਬੇਨਤੀ ਕਰਕੇ ਹਟਿਆ ਸੀਗਾ ਕਿ ਜਿਹੜੇ ਤਾਨਾਸ਼ਾਹ ਹੁੰਦੇ ਆ ਉਹ ਤਾਨਾਸ਼ਾਹ ਹੁੰਦੇ ਆ, ਔਰ ਉਹ ਆਪਦੀ ਤਾਕਤ ਨੂੰ ਜਿਹੜਾ ਕਿ ਇੱਕ ਡਿਕਟੇਟਰ ਦੇ ਰੂਪ ਵਿੱਚ ਦੇਖਦੇ ਆ ਕਿ ਜੋ ਅਸੀਂ ਕਹਿ ਰਹੇ ਆ ਉਹ ਅਸੀਂ ਕਰਕੇ ਵਿਖਾਵਾਂਗੇ, ਔਰ ਕਰ ਰਹੇ ਆ ਉਹ। ਔਰ ਜਿਹੜਾ ਲੋਕਤੰਤਰ ਹੁੰਦਾ, ਲੋਕਤੰਤਰ ਅੱਜ ਸਾਡਾ ਜਿਹੜਾ ਹੈਗਾ ਉਹ ਆਪਦਾ ਸੜਕ ਤੇ ਵਿਖਾਵਾ ਕਰ ਰਿਹਾ। ਜਿਹੜੀਆਂ ਗੱਲਾਂ ਸਰਕਾਰ ਦੀਆਂ ਹੈਗੀਆਂ, ਮੋਦੀ ਸਰਕਾਰ ਨੂੰ ਅਸੀਂ ਕਾਲੇ ਕਾਨੂੰਨ ਵਾਪਸ ਲੈਣ ਵਾਸਤੇ ਮਜਬੂਰ ਕਰ ਦੇਵਾਂਗੇ। ਅੰਦੋਲਨ ਲੰਮੇ ਸਮੇਂ ਵਾਸਤੇ ਚੱਲ ਸਕਦਾ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਜਿਹੜੇ ਹੈਗੇ ਆ 5 ਸਟੇਟਾਂ ਦੇ ਜਿਹੜੇ ਇਲੈਕਸ਼ਨ ਹੋ ਰਿਹਾ, ਇਹਦੇ ਵਿੱਚ ਤੁਹਾਨੂੰ ਰਿਜ਼ਲਟ ਮਿਲੂਗਾ ਕਿ ਕਿਸੇ ਹਿਸਾਬ ਨਾਲ ਮੋਦੀ ਪਿੱਛੇ ਨੂੰ ਮੁੜਨ ਵਾਸਤੇ ਮਜਬੂਰ ਹੋਊਗਾ। ਔਰ ਅਗਰ ਇਹ ਇਲੈਕਸ਼ਨ ਦੇ ਵਿੱਚ ਕੋਈ ਪੋਜ਼ਿਟਿਵ ਨਤੀਜਾ ਨਹੀਂ ਆਉਂਦਾ ਤਾਂ ਜਿਹੜਾ ਸਾਡਾ ਅੰਦੋਲਨ ਇਸ ਤਰ੍ਹਾਂ ਚੱਲਦਾ ਰਹੂਗਾ, ਔਰ ਮੋਦੀ ਸਰਕਾਰ ਨੂੰ ਜਿਹੜੇ ਕਾਨੂੰਨ ਵਾਪਸ ਕਰਨ ਵਾਸਤੇ ਮਜਬੂਰ ਕਰ ਦੇਵਾਂਗੇ। ਇਹੋ ਜਿਹੇ ਹੱਲ ਨਹੀਂ ਹੁੰਦੇਗੇ। ਲੋਕਾਂ ਦੇ ਅੱਗੇ ਜਿਹੜੇ ਜਨ ਲੋਕ ਹੁੰਦਾ, ਜਿਹੜਾ ਉਹਨਾਂ ਅੱਗੇ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਆ, ਕੋਈ ਮਹਿਣਾ ਨਹੀਂ ਰੱਖਦੇਗੇ। ਇਹ ਜਿਹੜਾ ਲੋਕਾਂ ਦੇ ਜਿਹੜੇ ਵਿਦਰੋਹ ਦੇ ਅੱਗੇ ਇਹ ਪ੍ਰਧਾਨ ਮੰਤਰੀ ਨਹੀਂ ਟਿਕ ਸਕੂਗਾ, ਸਮਾਂ ਲੱਗੂਗਾ। ਔਰ ਛੇਤੀ ਸਮੇਂ ਦੇ ਵਿੱਚ ਜਿਹੜਾ ਅੰਦੋਲਨ ਹੈਗਾ ਸਾਡਾ, ਇਹ ਚੜ੍ਹਦੀ ਕਲਾ 'ਚ ਹੋਰ ਜਾਊਗਾ। ਔਰ ਕਾਲੇ ਕਾਨੂੰਨਾਂ ਨੂੰ ਜਿਹੜਾ ਵਾਪਸ ਕਰਨ ਵਾਸਤੇ ਸਾਰੇ ਦੇਸ਼ ਦੇ ਵਿੱਚ, ਜਿਸ ਤਰ੍ਹਾਂ ਕਿ ਪੰਜਾਬ ਤੋਂ ਸ਼ੁਰੂ ਹੋਇਆ ਔਰ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਸ਼ੁਰੂ ਹੋਇਆ, ਇਸ ਤਰ੍ਹਾਂ ਹੀ ਦੂਜੇ ਸਟੇਟਾਂ ਦੇ ਵਿੱਚ ਵਧੂਗਾ। ਔਰ ਜਿਹੜਾ ਮੋਦੀ ਹੈਗਾ ਉਹਦੇ ਤਖਤ ਨੂੰ ਇੱਕ ਹਲੂਣਾ ਮਾਰਾਂਗੇ, ਔਰ ਮੋਦੀ ਨੂੰ ਪਤਾ ਲੱਗੂਗਾ ਕਿ ਲੋਕਤੰਤਰ ਕੀ ਹੁੰਦਾ। ਉਹਦਾ ਡਿਕਟੇਟਰਵਾਦ ਨੂੰ ਅਸੀਂ ਚੈਲੰਜ ਕਰਾਂਗੇ, ਔਰ ਚੈਲੰਜ ਕਰਕੇ ਕਾਲੇ ਕਾਨੂੰਨ ਵਾਪਸ ਕਰਨ ਵਾਸਤੇ ਮਜਬੂਰ ਕਰ ਦੇਵਾਂਗੇ। ਪ੍ਰਧਾਨ ਜੀ, ਅਗਰ ਗੱਲ ਕੀਤੀ ਜਾਵੇ ਲੱਖੇ ਸਿਧਾਣੇ ਦੀ, ਤਾਂ ਲੱਖੇ ਸਿਧਾਣੇ ਨੂੰ ਲੈ ਕੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਛਿੜੀ ਹੋਈ ਹੈ ਕਿ ਲੱਖੇ ਸਿਧਾਣੇ ਨੂੰ ਜਥੇਬੰਦੀਆਂ ਪਿੱਛੇ ਛੱਡ ਰਹੀਆਂ ਹਨ। ਕਿਵੇਂ ਦੇਖਦੇ ਹੋ? ਕਿਉਂਕਿ ਲੱਖੇ ਸਿਧਾਣੇ ਵੱਲੋਂ ਜਦੋਂ ਪਹਿਲੇ ਦਿਨ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਹੈ, ਉਸ ਟਾਈਮ ਅੱਗੇ ਲਾ ਕੇ ਜਿਹੜੀ ਪੈਰਵਾਈ ਕੀਤੀ ਗਈ ਸੀ। ਦੇਖੋ ਜੀ, ਲੱਖੇ ਸਿਧਾਣੇ ਦਾ ਜਿਹੜਾ ਸਾਡਾ ਮਹਾਸੰਘ ਹੈਗਾ, ਸਾਡੀਆਂ ਜਥੇਬੰਦੀਆਂ, ਉਹ ਗੱਲਬਾਤ ਚੱਲ ਰਹੀ ਹੈ, ਬਕਾਇਦਾ ਮੀਟਿੰਗ ਚੱਲ ਰਹੀ ਆ। ਜਿਹੜਾ ਭਾਜਪਾ ਸਰਕਾਰ ਦਾ IT ਸੈੱਲ
ਚਾਹੇ ਉਹ ਸਿੱਖਾਂ ਦੇ ਰੂਪ 'ਚ ਹੈਗਾ, ਚਾਹੇ ਕਿਸੇ ਹੋਰ ਰੂਪ 'ਚ ਹੈਗਾ, ਉਹਨੇ ਇੱਕ ਬਣਾ ਕੇ ਇੱਕ ਫੇਸਬੁੱਕ ਜਿਹੜੇ ਮੀਡੀਆ ਤੇ ਹੈਗਾ, ਉਹਨੇ ਇੱਕ ਵਿਦਰੋਹ ਇਹਨਾਂ ਦੇ ਵਿੱਚ ਦੂਸ਼ਣਬਾਜ਼ੀ ਲਾ ਕੇ ਦਫੇੜ ਪੈਦਾ ਕੀਤੀ ਹੋਈ ਆ। ਜਿਹੜਾ ਲੱਖਾ ਸਦਾਨਾ ਔਰ ਜਿਹੜਾ ਸਾਡਾ ਕਿਸਾਨ ਮਹਾਂਸੰਘ ਆ ਉਹ ਇੱਕ ਆ। ਜੇ ਲੱਖੇ ਸਦਾਨੇ ਕੋਲੇ ਇੱਕ ਨੌਜਵਾਨ ਦੀ ਤਾਕਤ ਹੈਗੀ ਆ ਤਾਂ ਜਿਹੜੇ ਸਾਡੇ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਕੋਲ ਵੀ ਤਾਕਤ ਹੈਗੀ ਆ। ਹੋਸ਼ ਔਰ ਜੋਸ਼ ਜਿਹੜੇ ਦੋਨੋਂ ਚੀਜ਼ਾਂ ਬਰਾਬਰ ਲਾ ਕੇ ਅਸੀਂ ਇਸ ਦੋਨਾਂ ਜਵਾਨੀ ਨੂੰ ਔਰ ਬਜ਼ੁਰਗਾਂ ਜਿਹੜੇ ਸਾਡੇ ਵੱਡੇ ਸਾਡੇ ਹੈਗੇ ਆ ਆਗੂ ਹੈਗੇ ਆ, ਇਸ ਨੂੰ ਲੈ ਕੇ ਅੱਗੇ ਵਧਾਂਗੇ। ਔਰ ਸਾਡੀ ਲੱਖੇ ਸਦਾਨੇ ਦੀ ਕੋਈ ਸ਼ਿਕਾਇਤ ਨਹੀਂ ਹੈਗੀ। ਲੱਖਾ ਸਦਾਨਾ ਸਾਡੇ ਪੰਜਾਬ ਦਾ ਹੈਗਾ, ਉਹ ਵੀ ਕਿਸਾਨ ਹੈਗਾ, ਉਹ ਸਾਡੇ ਨਾਲ ਰਲ ਕੇ ਅੱਗੇ ਚੱਲੂਗਾ। ਔਰ ਅਸੀਂ ਇਸ ਜਿਹੜਾ ਸਾਡੇ ਕਾਲੇ ਕਾਨੂੰਨ ਹੈਗੇ ਆ ਸ਼ਾਂਤੀਪੂਰਵਕ ਹੋਸ਼ ਨਾਲ ਅਸੀਂ ਵਾਪਸ ਕਰਾਉਣ ਵਿੱਚ ਸਰਕਾਰ ਨੂੰ ਮਜਬੂਰ ਕਰਾਂਗੇ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਵੱਲੋਂ ਅਤੇ ਸੋਸ਼ਲ ਮੀਡੀਆ ਵੱਲੋਂ ਇਹ ਜਿਹੜੀਆਂ ਫਾਵਾਂ ਡਾਈਆਂ ਜਾ ਰਹੀਆਂ, ਪਰ ਅਨਾਉਂਸਮੈਂਟਾਂ ਤਾਂ ਸਟੇਜਾਂ ਤੋਂ ਹੋ ਰਹੀਆਂ, ਉਹਨਾਂ ਨੂੰ ਲੱਖੇ ਸਦਾਨ ਨੂੰ ਗਦਾਰ ਤੱਕ ਕਿਹਾ ਗਿਆ। ਦੇਖੋ ਜੀ, ਇਹ ਜਿਹੜੀਆਂ ਗੱਲਾਂ ਇੱਕ ਵੱਖਰਾ ਮੈਟਰ ਹੈਗਾ, ਉਹ ਸਮੇਂ ਦੇ ਵਿੱਚ ਸੀਗਾ। ਉਦੋਂ ਜਦੋਂ ਗਲਤੀ ਦੇ ਵਿੱਚ ਕਿਤੇ ਗੁੱਸੇ ਵਿੱਚ ਕਤਾਈਆਂ ਹੋ ਜਾਂਦੀਆਂ, ਕੋਈ ਗੱਲ ਨਹੀਂ। ਜਿਹੜੀਆਂ ਚੀਜ਼ਾਂ ਹੋਈਆਂ ਅਸੀਂ ਉਸ ਚੀਜ਼ ਨੂੰ ਅਸੀਂ ਜਿਹੜੇ ਸਾਡੇ ਸਾਡਾ ਕਿਸਾਨ ਅੰਦੋਲਨ ਹੈਗਾ ਦੇ ਵਿੱਚ ਅਸੀਂ ਉਹਨੂੰ ਸੈੱਟ ਕੀਤਾ ਹੋਇਆ। ਸਾਰਾ ਕੁਝ ਸਹੀ ਹੋ ਜਾਊਗਾ। ਗੁੱਸੇ ਜਿਹੜੀਆਂ ਬੋਲੀਆਂ ਗੱਲਾਂ ਕਿਹੜੀ ਗਲਤੀਆਂ ਹੋ ਜਾਂਦੀਆਂ। ਜਿਹੜੇ ਇਹ ਅੰਦੋਲਨ ਹੈਗੇ ਆ, ਇਹੋ ਜਿਹੇ ਅੰਦੋਲਨ ਕਿਤੇ ਸਦੀਆਂ ਬਾਅਦ ਹੁੰਦੇ ਆ। ਗਲਤੀਆਂ ਹੁੰਦੀਆਂ, ਕਮੀਆਂ ਹੁੰਦੀਆਂ, ਜਿਹੜੀਆਂ ਕਮੀਆਂ ਗਲਤੀਆਂ ਹੋਣਗੀਆਂ ਅੱਗੇ ਸੁਧਾਰ ਕੇ ਇਸ ਨੂੰ ਅੰਦੋਲਨ ਅਸੀਂ ਅੱਗੇ ਲੈ ਕੇ ਜਾਵਾਂਗੇ। ਔਰ ਜਿਹੜਾ ਯੂਥ ਹੈਗਾ ਸਾਡਾ ਪੰਜਾਬ ਦਾ, ਉਹਨੂੰ ਨਾਲ ਲੈ ਕੇ ਅੱਗੇ ਲਾ ਕੇ ਚੱਲਾਂਗੇ। ਤਾਂ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਕੀ ਨਾਮ ਵੀਰ ਜੀ ਤੁਹਾਡਾ? ਹਾਂਜੀ, ਵਰਿੰਦਰ ਸਿੰਘ ਨਾਮ ਹੈ ਜੀ ਮੇਰਾ, ਫਿਰੋਜ਼ਪੁਰ ਜ਼ਿਲ੍ਹਾ, ਪਿੰਡ ਤੂਤਾ ਜੀ। ਵਰਿੰਦਰ ਜੀ, ਨੌਜਵਾਨੀ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਬੜੀ ਚਰਚਾ ਚੱਲ ਰਹੀ ਹੈ। ਨੌਜਵਾਨਾਂ ਵਿੱਚ ਕਾਫੀ ਚਰਚਾ ਹੋ ਰਹੀ ਹੈ ਕਿ ਲੱਖੇ ਸਦਾਨੇ ਨੂੰ ਪਿੱਛੇ ਸੁੱਟਿਆ ਜਾ ਰਿਹਾ। ਕਿਵੇਂ ਦੇਖਦੇ? ਦੇਖੋ ਜੀ, ਜਿਸ ਦਿਨ ਤੋਂ ਅੰਦੋਲਨ ਚੱਲਿਆ, ਤਕਰੀਬਨ 8 ਮਹੀਨੇ ਹੋ ਗਏ ਅੰਦੋਲਨ ਚੱਲੇ ਨੂੰ, ਲੱਖੇ ਸਦਾਨੇ ਵੀਰ ਦੀ ਜਿਹੜੀ ਇਹਦੇ ਵਿੱਚ ਪਾਰਟਿਸਪੇਸ਼ਨ ਆ ਉਹਨੂੰ ਨਕਾਰ ਨਹੀਂ ਸਕਦੇ। ਕਿਉਂਕਿ ਜੋ ਯੂਥ ਦੀ ਜਿਹੜੀ ਜਿਵੇਂ ਕਿ ਉਹਨਾਂ ਨੇ ਪੈਰਵਾਈ ਕੀਤੀ, ਪਿੰਡ ਪਿੰਡ ਜਾ ਕੇ ਯੂਥ ਦੀ ਪੈਰਵਾਈ ਕੀਤੀ ਤੇ ਯੂਥ ਨੂੰ ਲੈ ਕੇ ਜਿਵੇਂ ਉਹ ਦਿੱਲੀ ਪਹੁੰਚੇ, ਤੇ ਇਸ ਦੇ ਨਾਲ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੀ ਵੀ ਜਿਹੜੀ ਪਰਫਾਰਮੈਂਸ ਉਹਨੂੰ ਨਕਾਰ ਨਹੀਂ ਸਕਦੇ। ਪਰ ਹਰ ਗੱਲ ਦਾ ਇੱਕ ਸਮਾਂ ਹੁੰਦਾ। 26 ਜਨਵਰੀ ਦੀ ਘਟਨਾ ਤੋਂ ਬਾਅਦ ਇੱਕ ਇਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਤਿਆਰ ਹੋ ਗਿਆ ਸੀਗਾ ਜਿਸ ਦੇ ਵਿੱਚ ਦੋ ਧੜੇ ਬਣ ਗਏ ਸੀ। ਇੱਕ ਪਾਸੇ ਲੱਖਾ ਸਦਾਨਾ ਤੇ ਦੀਪ ਸਿੱਧੂ, ਇੱਕ ਪਾਸੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ। ਇਹੋ ਜਿਹਾ ਪਲੇਟਫਾਰਮ ਖੜਾ ਕਰ ਦਿੱਤਾ ਗਿਆ ਸੀ ਜਿਹਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਸੀ ਵੀ ਜਿਹੜੀ ਆਪਣੀ ਲੜਾਈ ਆ ਉਹ ਕਿਸੇ ਮੋਦੀ ਸਰਕਾਰ ਨਾਲ ਜਾਂ ਕਾਰਪੋਰੇਟ ਘਰਾਣਿਆਂ ਨਾਲ ਨਹੀਂ, ਉਹ ਜਿਹੜੀ ਲੜਾਈ ਸੀ ਉਹ ਕਿਸਾਨ ਜਥੇਬੰਦੀਆਂ ਤੇ ਨੌਜਵਾਨਾਂ ਦੀ ਬਣਾ ਦਿੱਤੀ ਗਈ ਸੀ। ਕੁਝ ਹੱਦ ਤੱਕ ਗੱਲ ਹੋ ਸਕਦੀ ਆ, ਪਰ ਜੇ ਆਪਾਂ ਇਹਨੂੰ ਕਹਿ ਦਈਏ ਵੀ ਇੱਕ ਸਿਰੇ ਤੋਂ ਆਪਾਂ ਇਹ ਚੀਜ਼ ਨੂੰ ਲੈ ਕੇ ਨਹੀਂ ਚੱਲ ਸਕਦੇ ਕਿ ਜਿਹੜਾ ਨੌਜਵਾਨਾਂ ਦਾ ਤੇ ਜਿਹੜਾ ਜਥੇਬੰਦੀਆਂ ਦਾ ਜਿਹੜਾ ਟਕਰਾਓ ਚੱਲ ਰਿਹਾ, ਨੌਜਵਾਨਾਂ 'ਚ ਜੋਸ਼ ਸੀਗਾ ਕਿਉਂਕਿ ਜਿਹੜਾ ਉਹ ਫੋਲੋ ਕਰਦੇ ਆ, ਲੱਖੇ ਸਦਾਨੇ ਨੂੰ ਫੋਲੋ ਕਰਦੇ ਆ। ਪਰ ਜਿਹੜਾ ਇਹ ਏਜੰਡਾ ਜਾਂ ਕੋਈ ਸੋਸ਼ਲ ਮੀਡੀਆ ਤੇ ਜਾਂ ਵੈਸੇ ਪ੍ਰਚਾਰਿਆ ਜਾ ਰਿਹਾ ਕਿ ਜਿਹੜਾ ਆਪਣਾ ਲੱਖਾ ਸਦਾਨਾ ਦੇ ਜਥੇਬੰਦੀਆਂ ਦੇ ਵਿਚਾਲੇ ਟਕਰਾਓ ਆ, ਉਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਸੁਲਝਾ ਲਿਆ ਜਾਊਗਾ। 26 ਤਰੀਕ ਤੋਂ ਬਾਅਦ ਜਿਵੇਂ ਕਿ ਕਿਸਾਨ ਜਥੇਬੰਦੀਆਂ ਦੇ ਕੁਝ ਆਗੂਆਂ ਵੱਲੋਂ ਗੁੱਸੇ ਵਿੱਚ ਜਾਂ ਆ ਕੇ ਜਿਵੇਂ ਕੁਝ ਬਿਆਨਬਾਜ਼ੀ ਕੀਤੀ ਗਈ, ਉਸ ਤੋਂ ਬਾਅਦ ਜਿਹੜੀ ਗਲਤੀਆਂ ਦੀ ਆ ਉਹ ਸੁਧਾਰ ਕੀਤਾ ਜਾਊਗਾ। ਤੇ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਜਿਹੜਾ ਲੱਖਾ ਸਦਾਨਾ ਤੇ ਜਿਹੜੀਆਂ ਜਥੇਬੰਦੀਆਂ ਤੇ ਨੌਜਵਾਨ ਸਾਰੇ ਇੱਕੋ ਪਲੇਟਫਾਰਮ ਤੇ ਹੋ ਕੇ ਲੜਨਗੇ ਤੇ ਜਿਹੜੀ ਜਿੱਤ ਆ ਉਹ ਸਾਡੀ ਯਕੀਨੀ ਹੋਊਗੀ। ਤਾਂ ਇਹ ਸੀ ਸਾਡੇ ਨਾਲ ਕਿਸਾਨ ਆਗੂ ਜਿਨ੍ਹਾਂ ਦਾ ਕਹਿਣਾ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਕਾਲ ਦਿੱਤੀ ਗਈ ਸੀ ਉਸ ਦੇ ਮੁਤਾਬਕ ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਇਸੇ ਤਰ੍ਹਾਂ ਫਿਰੋਜ਼ਪੁਰ ਦੀ 7 ਨੰਬਰ ਚੁੰਗੀ ਤੇ ਵੀ ਧਰਨਾ ਲਗਾ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, ਪੰਜਾਬੀ ਲੋਕ ਚੈਨਲ।